ਇਹਦਾ ਇੱਥੇ ਇੱਕ ਹੋਰ ਬੜੀ ਪਿਆਰੀ ਸਾਖੀ ਯਾਦ ਆ ਗਈ ਸਾਨੂੰ। ਇਹ ਸਾਖੀ ਹੈ ਭਾਈ ਬਾਲਾ ਜੀ ਦੇ ਜੀਵਨ ਦੀ, ਕਿ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਔਰ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਆਪਣੇ ਅੰਗ ਨਾਲ ਲਾ ਕੇ ਗੁਰੂ ਅੰਗਦ ਦਾ ਰੂਪ ਬਣਾ ਕੇ ਗੱਦੀ ਤੇ ਬਿਠਾ ਦਿੱਤਾ, ਤਾਂ ਉਸ ਵੇਲੇ ਜਰਾ ਧਿਆਨ ਦੇਣਾ ਸਾਰੇ ਜੀਵ। ਕਹਿੰਦੇ ਜਦੋਂ ਸਮਾਂ ਗੁਜ਼ਰਿਆ ਤੇ ਇੱਕ ਦਿਨ ਬੈਠੇ ਬੈਠੇ ਭਾਈ ਬਾਲਾ ਜੀ ਦੇ ਮਨ ਦੇ ਵਿੱਚ ਇੱਕ ਸਵਾਲ ਆਇਆ ਕਿ ਸਾਰੀ ਜ਼ਿੰਦਗੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ ਮੈਂ, ਉਹਨਾਂ ਦੇ ਨਾਲ ਉਦਾਸੀਆਂ ਤੇ ਗਿਆ ਮੈਂ, ਉਹਨਾਂ ਦੇ ਬਚਪਨ ਦਾ ਸਾਥੀ ਮੈਂ, ਪਰ ਜਦੋਂ ਗੁਰ ਦੀ ਗੱਦੀ ਦੇਣ ਦਾ ਵਕਤ ਆਇਆ ਉਹ ਲਹਿਣੇ ਨੂੰ ਬਿਠਾ ਗਏ, ਯਾਨੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਬਿਠਾ ਗਏ। ਗੱਦੀ ਮੈਨੂੰ ਕਿਉਂ ਨਹੀਂ ਦਿੱਤੀ? ਮਨ ਦੇ ਵਿੱਚ ਕਈ ਵਾਰ ਆ ਜਾਂਦਾ ਹੈ ਕਿ ਮੈਂ ਸਾਰੀ ਜ਼ਿੰਦਗੀ ਸੇਵਾ ਕੀਤੀ, ਆਖਰ ਉਹਨਾਂ ਨੂੰ ਕਿਉਂ ਗੱਦੀ ਤੇ ਬਿਠਾਇਆ? ਐਸਾ ਕੀ ਹੈ ਉਹਨਾਂ ਦੇ ਅੰਦਰ ਜੋ ਮੇਰੇ ਅੰਦਰ ਹੈ ਨਹੀਂ ਸੀ? ਪਰ ਕਹਿੰਦੇ ਇਹ ਤਾਂ ਹੁਣ ਜੇ ਗੁਰੂਆਂ ਨੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਤੇ ਬਿਠਾਇਆ ਹੈ ਤੇ ਇਹ ਤਾਂ ਹੁਣ ਮਿਲ ਕੇ ਹੀ ਪਤਾ ਲੱਗੇਗਾ ਕਿ ਉਹਨਾਂ 'ਚ ਕੀ ਖੂਬੀ ਸੀ, ਜਿਹੜਾ ਉਹਨਾਂ ਨੂੰ ਗੱਦੀ ਮਿਲੀ ਤਾਂ ਮੈਨੂੰ ਜਾਂ ਕਿਸੇ ਹੋਰ ਨੂੰ ਕਿਉਂ ਨਹੀਂ। ਹੁਣ ਇਹ ਜਾਣਨ ਵਾਸਤੇ ਕਹਿੰਦੇ ਭਾਈ ਵਾਲਾ ਜੀ ਖਡੂਰ ਸਾਹਿਬ ਨੂੰ ਚੱਲ ਪਏ, ਜਿੱਥੇ ਸ਼੍ਰੀ ਗੁਰੂ ਅੰਗਦ ਦੇਵ ਜੀ ਰਹਿੰਦੇ ਸੀ। ਜਦੋਂ ਯਾਤਰਾ ਕਰਦੇ ਕਰਦੇ ਖਡੂਰ ਸਾਹਿਬ ਪਹੁੰਚੇ, ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ 'ਚ ਪਹੁੰਚੇ। ਅੰਦਰ ਪਤਾ ਲੱਗਾ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਸਾਥੀ ਭਾਈ ਵਾਲਾ ਜੀ ਆਏ ਹੈ। ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਆਪ ਆਸਣ ਤੋਂ ਖੜੇ ਹੋਏ ਸਵਾਗਤ ਕੀਤਾ ਉਹਨਾਂ ਦਾ ਕਿ ਮੇਰੇ ਨਾਨਕ ਦਾ ਵਾਲਾ ਆਇਆ ਹੈ, ਕਿਉਂਕਿ ਪ੍ਰੇਮ। ਹੁਣ ਕਹਿੰਦੇ ਹੈ ਬੜੇ ਪ੍ਰੇਮ ਦੇ ਨਾਲ ਬਾਲਾ ਜੀ ਨੂੰ ਗਲ ਨਾਲ ਲਾਇਆ ਔਰ ਬੜੇ ਪ੍ਰੇਮ ਨਾਲ ਲੈ ਕੇ ਆਏ, ਉਹਨਾਂ ਨੂੰ ਜਲ ਪਾਨ ਛਕਾਇਆ ਔਰ ਆਪਣੇ ਕੋਲ ਬਿਠਾਇਆ ਕਿ ਮੇਰੇ ਨਾਨਕ ਦਾ ਵਾਲਾ ਹੈ, ਮੇਰੇ ਸਤਿਗੁਰ ਦਾ ਪਿਆਰਾ ਹੈ, ਜਿਹਨਾਂ ਇੰਨੇ ਸਾਲ ਉਹਨਾਂ ਦੀ ਸੇਵਾ ਕੀਤੀ। ਹੁਣ ਜਿਸ ਵੇਲੇ ਭਾਈ ਵਾਲਾ ਜੀ ਬੈਠੇ ਹੈ, ਸ਼੍ਰੀ ਗੁਰੂ ਅੰਗਦ ਦੇਵ ਜੀ ਬੈਠੇ ਹੈ, ਤਾਂ ਉਸ ਵੇਲੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਮੁਸਕਰਾ ਕੇ ਕਿਹਾ, ਬਾਲਾ ਜੀ ਹੋਰ ਦੱਸੋ ਦਿਲ ਦੇ ਵਿੱਚ ਤੁਹਾਡੇ ਕੀ ਹੈ, ਕਿ ਖਡੂਰ ਸਾਹਿਬ ਕਿੱਦਾਂ ਆਣਾ ਹੋਇਆ, ਜੋ ਵੀ ਮਨ 'ਚ ਪੁੱਛੋ। ਤਾਂ ਉਸ ਵੇਲੇ ਵਾਲਾ ਜੀ ਨੇ ਕਿਹਾ, ਦਰਅਸਲ ਮੇਰੇ ਮਨ ਦੀ ਇੱਕ ਸ਼ੰਕਾ ਮੈਨੂੰ ਇੱਥੇ ਲੈ ਆਈ ਹੈ, ਮੇਰੇ ਮਨ 'ਚ ਇੱਕ ਸ਼ੰਕਾ ਹੈ ਜੋ ਮੈਨੂੰ ਤੁਹਾਡੇ ਕੋਲ ਲੈ ਕੇ ਆਈ ਹੈ। ਤਾਂ ਉਸ ਵੇਲੇ ਸ਼੍ਰੀ ਗੁਰੂ ਅੰਗਦ ਦੇਵ ਜੀ ਕਹਿੰਦੇ, ਫਿਰ ਬਾਲਾ ਜੀ ਜੋ ਵੀ ਸ਼ੰਕਾ ਹੈ ਜਲਦੀ ਦੱਸ ਦਿਓ, ਕਿਉਂਕਿ ਸੰਤਾਂ ਗੁਰੂਆਂ ਰਹਿਬਰਾਂ ਦੇ ਪ੍ਰਤੀ ਸ਼ੰਕਾ ਮਨ 'ਚ ਰਹਿਣੀ ਨਹੀਂ ਚਾਹੀਦੀ, ਕਿਉਂਕਿ ਜਿੱਥੇ ਸ਼ੰਕਾ ਆਂਦੀ ਉੱਥੇ ਪ੍ਰੇਮ ਖਤਮ ਹੋ ਜਾਂਦਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣਾ, ਚਾਹੇ ਰਿਸ਼ਤਾ ਕੋਈ ਵੀ ਹੋਵੇ, ਚਾਹੇ ਪਤੀ ਪਤਨੀ ਦਾ ਰਿਸ਼ਤਾ ਹੈ, ਬਾਪ ਬੇਟੇ ਦਾ ਰਿਸ਼ਤਾ ਹੈ, ਭੈਣ ਭਰਾ ਦਾ ਰਿਸ਼ਤਾ ਹੈ, ਦੋਸਤ ਦੋਸਤ ਦਾ ਰਿਸ਼ਤਾ ਹੈ, ਚਾਹੇ ਗੁਰੂ ਔਰ ਸੇਵਕ ਦਾ ਰਿਸ਼ਤਾ ਹੈ, ਚਾਹੇ ਭਗਤ ਔਰ ਪ੍ਰਮਾਤਮਾ ਦਾ ਰਿਸ਼ਤਾ ਹੈ, ਜਿੱਥੇ ਸ਼ੰਕਾ ਆ ਗਈ, ਸ਼ੱਕ ਆ ਗਿਆ, ਉੱਥੇ ਪ੍ਰੇਮ ਉਹ ਨਹੀਂ ਰਹਿੰਦਾ, ਫਿਰ ਤਾਂ ਉਹ ਗੰਢ ਪੈ ਜਾਂਦੀ ਹੈ। ਔਰ ਜਿਸ ਤਰ੍ਹਾਂ ਦੱਸਿਆ ਹੀ ਹੈ ਕਿ ਰਹਿਮਨ ਧਾਗਾ ਪ੍ਰੇਮ ਕਾ ਮਤ ਤੋੜੋ ਚਟਕਾਏ, ਟੂਟਾ ਧਾਗਾ ਨਾ ਜੁੜੇ ਜੁੜੇ ਤੋਂ ਗਾਂਠ ਪੜ ਜਾਏ। ਉਹ ਕਹਿੰਦੇ ਇਹੀ ਕੋਸ਼ਿਸ਼ ਕਰੋ ਕਿ ਕੋਈ ਏਦਾਂ ਦਾ ਕਰਮ ਨਾ ਹੋਵੇ ਕਿ ਪ੍ਰੇਮ ਦੀ ਡੋਰ ਟੁੱਟੇ, ਕਿਉਂਕਿ ਜੇ ਟੁੱਟਦੀ ਹੈ ਤਾਂ ਜੁੜਦੀ ਨਹੀਂ, ਜੇ ਜੁੜਦੀ ਹੈ ਤਾਂ ਗੰਢ ਪੈ ਜਾਂਦੀ, ਉਹ ਪਹਿਲਾਂ ਵਾਲੀ ਗੱਲ ਨਹੀਂ ਬਣਦੀ। ਇਸ ਲਈ ਕਹਿੰਦੇ ਕਦੀ ਸ਼ੰਕਾ ਨਹੀਂ ਆਉਣ ਦੇਣੀ ਚਾਹੀਦੀ। ਸੋ ਉਸ ਵੇਲੇ ਸ਼੍ਰੀ ਗੁਰੂ ਅੰਗਦ ਦੇਵ ਜੀ ਕਹਿੰਦੇ, ਬਾਲਾ ਜੀ ਜੋ ਵੀ ਮਨ ਦੀ ਸ਼ੰਕਾ ਹੈ ਦੱਸੋ। ਤਾਂ ਉਸ ਵੇਲੇ ਬਾਲਾ ਜੀ ਨੇ ਕਿਹਾ ਕਿ ਮੇਰੇ ਮਨ 'ਚ ਇੱਕ ਸਵਾਲ ਹੈ, ਔਰ ਉਹ ਸਵਾਲ ਉਹ ਸ਼ੰਕਾ ਇਹ ਹੈ ਕਿ ਸਾਰੀ ਜ਼ਿੰਦਗੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਹਾ ਮੈਂ, ਸੇਵਾ ਮੈਂ ਕੀਤੀ, ਪਰ ਜਦੋਂ ਗੁਰਦੀ ਗੱਦੀ ਦੇਣ ਦਾ ਵਕਤ ਆਇਆ ਤੁਹਾਨੂੰ ਬਿਠਾ ਗਏ, ਇਹ ਦੱਸੋ ਕਿਉਂ। ਤਾਂ ਉਸ ਵੇਲੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਮੁਸਕਰਾ ਕੇ ਪੁੱਛਿਆ, ਭਾਈ ਵਾਲਾ ਜੀ ਇੱਕ ਗੱਲ ਦੱਸੋ, ਤੁਸੀਂ ਸਾਰੀ ਜ਼ਿੰਦਗੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ, ਮੇਰੇ ਸਤਿਗੁਰਾਂ ਦੇ ਨਾਲ ਰਹੇ, ਤੁਸੀਂ ਉਹਨਾਂ ਦੀ ਸੇਵਾ ਕੀਤੀ, ਬਸ ਇੰਨਾ ਜਵਾਬ ਦਿਓ ਕਿ ਤੁਸੀਂ ਉਹਨਾਂ ਦੀ ਕੀ ਸਮਝ ਕੇ ਸੇਵਾ ਕੀਤੀ, ਉਹਨਾਂ ਨੂੰ ਕੀ ਜਾਣ ਕੇ ਸੇਵਾ ਕੀਤੀ। ਤਾਂ ਭਾਈ ਵਾਲਾ ਜੀ ਨੇ ਕਿਹਾ ਕਿ ਮੈਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪੂਰਨ ਸੰਤ ਸਮਝ ਕੇ ਪੂਜਿਆ ਕਿ ਉਹ ਪੂਰਨ ਸੰਤ ਹੈ ਸ੍ਰਿਸ਼ਟੀ ਤੇ। ਤਾਂ ਉਸ ਵੇਲੇ ਸ਼੍ਰੀ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਬਸ ਪੇ ਭਾਈ ਵਾਲਾ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ, ਮੇਰੇ ਸਤਿਗੁਰਾਂ ਨੇ ਤੁਹਾਨੂੰ ਵੀ ਪੂਰਨ ਸੰਤ ਬਣਾ ਦਿੱਤਾ। ਜਰਾ ਸਮਝਣਾ ਸਾਰੇ ਜੀ, ਕਿਉਂਕਿ ਤੁਸੀਂ ਪੂਰਨ ਸੰਤ ਸਮਝ ਕੇ ਉਹਨਾਂ ਦੀ ਸੇਵਾ ਕੀਤੀ, ਉਹਨਾਂ ਨਾਲ ਰਹੇ, ਤਾਂ ਉਹਨਾਂ ਨੇ ਤੁਹਾਨੂੰ ਵੀ ਪੂਰਨ ਸੰਤ ਬਣਾ ਦਿੱਤਾ। ਤਾਂ ਉਸ ਵੇਲੇ ਵਾਲਾ ਜੀ ਨੇ ਕਿਹਾ ਕਿ ਅੰਗਦ ਦੇਵ ਜੀ ਫਿਰ ਤੁਸੀਂ ਦੱਸੋ ਕਿ ਤੁਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕੀ ਸਮਝ ਕੇ ਪੂਜਿਆ, ਕੀ ਸਮਝ ਕੇ ਉਹਨਾਂ ਦੀ ਸੇਵਾ ਕੀਤੀ, ਕਿਉਂਕਿ ਸੇਵਾ ਤੁਸੀਂ ਵੀ ਕੀਤੀ। ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਅੱਖਾਂ 'ਚ ਪਾਣੀ ਆ ਗਿਆ, ਹੱਥ ਜੁੜ ਗਏ, ਕਹਿੰਦੇ ਵਾਲਾ ਜੀ ਜੇ ਮੈਨੂੰ ਪੁੱਛਦੇ ਹੋ, ਸਾਨੂੰ ਪੁੱਛਦੇ ਹੋ,
ਤਾਂ ਮੈਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪਾਰ ਬ੍ਰਹਮ ਪਰਮੇਸ਼ਵਰ ਪਰਮਾਤਮਾ ਅਕਾਲ ਪੁਰਖ ਦਾ ਰੂਪ ਸਮਝ ਕੇ ਪੂਜਿਆ। ਮੈਂ ਉਹਨਾਂ ਨੂੰ ਅਕਾਲ ਪੁਰਖ ਦਾ ਰੂਪ ਸਮਝ ਕੇ ਉਹਨਾਂ ਦੀ ਸੇਵਾ ਕੀਤੀ। ਤਾਂ ਫਿਰ ਕਹਿੰਦੇ ਬਾਲਾ ਜੀ ਉੱਠੇ ਔਰ ਉਹਨਾਂ ਦੇ ਚਰਨ ਫੜ ਲਏ। ਕਹਿੰਦੇ ਬਸ ਫਿਰ ਉਹਨਾਂ ਨੇ ਤੁਹਾਨੂੰ ਵੀ ਅਕਾਲ ਪੁਰਖ ਦਾ ਹੀ ਰੂਪ ਬਣਾ ਦਿੱਤਾ, ਕਿਉਂਕਿ ਜੈਸੀ ਭਾਵਨਾ ਨਾਲ ਅਸੀਂ ਗੁਰੂ ਦੀ ਸੇਵਾ ਕਰਦੇ ਹਾਂ, ਪੂਜਾ ਕਰਦੇ ਹਾਂ, ਗੁਰੂ ਸਾਡੇ ਤੇ ਉਹੀ ਰੰਗ ਚੜਾ ਦਿੰਦਾ ਹੈ। ਇੱਥੇ ਹੀ ਫਰਕ ਕਹਿੰਦੇ ਰਹਿ ਗਿਆ। ਤੁਸੀਂ ਪੂਰਨ ਸੰਤ ਸਮਝਿਆ ਤਾਂ ਮੈਂ ਸਮਝਿਆ ਹੀ ਪਾਰ ਬ੍ਰਹਮ ਪਰਮੇਸ਼ਵਰ ਪਰਮਾਤਮਾ ਅਕਾਲ ਪੁਰਖ ਦਾ ਰੂਪ। ਫਿਰ ਕਹਿੰਦੇ ਉੱਥੋਂ ਫਿਰ ਅੱਜ ਜੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਜਾਣਕਾਰੀ ਮਿਲੀ ਕਿ ਉਹਨਾਂ ਨੇ ਕਿੱਥੇ ਕਿੱਥੇ ਜਾ ਕੇ ਦੁਨੀਆ ਨੂੰ ਤਾਰਿਆ, ਤਾਂ ਆਂਦੀ ਹੈ ਕਿ ਭਾਈ ਵਾਲਾ ਜੀ ਦੀਆਂ ਸਾਖੀਆਂ ਦੇ ਅੰਦਰ। ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਵਾਲਾ ਜੀ ਤੋਂ ਸਾਰੀਆਂ ਗੱਲਾਂ ਪੁੱਛੀਆਂ ਕਿ ਕਿੱਥੇ ਕਿੱਥੇ ਗੁਰੂਆਂ ਦੇ ਨਾਲ ਗਏ, ਔਰ ਸਾਰੀਆਂ ਗੱਲਾਂ ਲਿਖੀਆਂ ਵੀ, ਤਾਂ ਕਿ ਇਤਿਹਾਸ ਵਿੱਚ ਆਉਣ ਵਾਲੇ ਸਮੇਂ 'ਚ ਮੇਰੇ ਗੁਰੂ ਦੀ ਉਸਤਤ, ਮੇਰੇ ਗੁਰੂ ਦੀ ਸਿਫਤ ਘਰ ਘਰ ਪਹੁੰਚੇ। ਔਰ ਇਹ ਭਾਈ ਵਾਲਾ ਜੀ ਦੀ ਸਾਖੀਆਂ ਦੇ ਨਾਲ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦੇ ਕਈ ਘਟਨਾਵਾਂ ਮਸ਼ਹੂਰ ਵੀ ਹੈ। ਕਿਤਾਬ ਵੀ ਤੁਹਾਨੂੰ ਮਿਲ ਜਾਏਗੀ ਜੋ ਵਾਲਾ ਜੀ ਦੱਸਦੇ ਗਏ ਤਾਂ ਗੁਰੂਆਂ ਨੇ ਉਹਨਾਂ ਨੂੰ ਲਿਖਾਇਆ। ਇਸ ਲਈ ਇੱਥੋਂ ਪਤਾ ਲੱਗਦਾ ਹੈ ਇਹ ਦੋ ਚੀਜ਼ਾਂ, ਬਹਿਲੋਲ ਦਾਨਾ ਦੀ ਉਹ ਫਕੀਰਾਂ ਦੀ ਜ਼ਿੰਦਗੀ ਤੋਂ ਔਰ ਭਾਈ ਵਾਲਾ ਜੀ ਔਰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਇਸ ਜੀਵਨੀ ਤੋਂ ਕੀ ਪਤਾ ਲੱਗਦਾ ਹੈ ਕਿ ਜੈਸੀ ਭਾਵਨਾ ਨਾਲ ਅਸੀਂ ਗੁਰੂਆਂ ਰਹਿਬਰਾਂ ਸੰਤਾਂ ਦੇ ਦਰ ਤੇ ਜਾਂਦੇ ਆ, ਉਹਨਾਂ ਦੀ ਸੇਵਾ ਕਰਦੇ, ਉਹਨਾਂ ਦੀ ਪੂਜਾ ਕਰਦੇ ਆ, ਵੈਸਾ ਹੀ ਫਲ ਸਾਨੂੰ ਮਿਲ ਜਾਂਦਾ ਹੈ। ਇਸ ਲਈ ਅਸੀਂ ਇਹ ਦੇਖੀਏ ਕੀ ਸਮਝ ਕੇ ਆਏ ਹਾਂ, ਅਸੀਂ ਕਿਸ ਭਾਵਨਾ ਨਾਲ ਆਏ ਹਾਂ। ਇੱਕ ਬੰਦਾ ਸੋਚਦਾ ਹੈ ਉਹਨੂੰ ਮਿਲ ਗਿਆ ਸ਼ਾਇਦ ਮੈਨੂੰ ਵੀ ਮਿਲ ਜਾਵੇ, ਇਹ ਤਾਂ ਫਿਰ ਉਹੀ ਗੱਲ ਦੂਜੇ ਸੁਦਾਗਰ ਵਾਲੀ ਹੋ ਗਈ, ਉਹਦੀ ਤਰੱਕੀ ਹੋ ਗਈ ਸ਼ਾਇਦ ਮੇਰੀ ਵੀ ਹੋ ਜਾਵੇ। ਤਾਂ ਇੱਥੇ ਮਤਲਬ ਅਸੀਂ ਪ੍ਰੇਮ ਨਾਲ ਨਹੀਂ ਆਏ, ਵਿਸ਼ਵਾਸ ਨਾਲ ਨਹੀਂ ਆਏ, ਸ਼ਰਧਾ ਨਾਲ ਨਹੀਂ ਆਏ, ਅਸੀਂ ਸਿਰਫ ਇਹ ਦੇਖ ਕੇ ਆਏ ਉਹਦੀ ਤਰੱਕੀ ਹੋਈ ਮੇਰੀ ਵੀ ਤਰੱਕੀ ਹੋਵੇ। ਇੱਥੇ ਕੀ ਆ ਜਾਂਦਾ ਹੈ? ਸ਼ਰਧਾ ਨਹੀਂ, ਪ੍ਰੇਮ ਨਹੀਂ, ਇੱਕ ਲਾਲਚ ਆ ਜਾਂਦਾ ਹੈ। ਇਸ ਲਈ ਜਦ ਵੀ ਫਕੀਰਾਂ ਦੇ ਕੋਲ ਜਾਓ ਤਾਂ ਦਿਲੋਂ ਜਾਓ, ਕਿਉਂਕਿ ਜ਼ਰੂਰਤ ਤੁਹਾਨੂੰ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਔਰ ਜਦੋਂ ਜ਼ਰੂਰਤ ਸਾਨੂੰ ਹੈ ਤਾਂ ਫਿਰ ਸਾਡੀ ਸ਼ਰਧਾ, ਜੈਸੀ ਸਾਡੀ ਭਾਵਨਾ ਹੋਏਗੀ, ਫਲ ਵੀ ਸਾਨੂੰ ਵੈਸਾ ਹੀ ਮਿਲਣਾ ਹੈ। ਇਸ ਲਈ ਫਕੀਰਾਂ ਦਾ ਦਰ ਉਹੀ ਹੁੰਦਾ ਹੈ, ਗੁਰੂ ਘਰ ਉਹੀ ਹੁੰਦਾ ਹੈ, ਪਰ ਇੱਕ ਨੂੰ ਬੜੀ ਜਲਦੀ ਸਭ ਕੁਝ ਮਿਲ ਜਾਂਦਾ ਹੈ, ਦੂਜੇ ਨੂੰ ਮਿਲਦਾ ਹੀ ਨਹੀਂ। ਇੱਥੇ ਫਰਕ ਕੀ ਹੈ? ਇੱਥੇ ਫਰਕ ਪ੍ਰਭੂ ਦੀ ਤਰਫੋਂ ਨਹੀਂ ਹੈ, ਸੰਤਾਂ ਗੁਰੂਆਂ ਰਹਿਬਰਾਂ ਦੀ ਤਰਫੋਂ ਨਹੀਂ ਹੈ। ਇੱਥੇ ਫਰਕ ਸਾਡੀਆਂ ਭਾਵਨਾਵਾਂ ਦਾ ਹੈ। ਜਿਹਦਾ ਇੱਕ ਸੁਦਾਗਰ ਨੂੰ ਸਭ ਕੁਝ ਮਿਲ ਗਿਆ, ਦੂਜੇ ਨੂੰ ਕਿਉਂ ਨਹੀਂ ਮਿਲਿਆ? ਦੂਜੇ ਦਾ ਘਾਟਾ ਹੋ ਗਿਆ। ਹੁਣ ਫਰਕ ਕੀ ਸੀ? ਫਰਕ ਸੀ ਭਾਵਨਾਵਾਂ ਦਾ। ਇੱਕ ਨੇ ਪਾਗਲ ਸਮਝਿਆ, ਉਹਦੇ ਪੱਲੇ ਉਦਾਂ ਦਾ ਪੈ ਗਿਆ, ਤਾਂ ਇੱਕ ਨੇ ਰੱਬ ਦਾ ਰੂਪ ਸਮਝਿਆ, ਉਹਦੇ ਪੱਲੇ ਵੈਸਾ ਪੈ ਗਿਆ। ਇਸ ਲਈ ਜਿਹੜੇ ਗੁਰੂ ਰਹਿਬਰ ਪੀਰ ਫਕੀਰ ਬਹਿ ਕੇ ਰੱਬ ਦੀ ਬੰਦਗੀ ਕਰਦੇ ਹੈ, ਜੋ ਦੁਨੀਆ ਨੂੰ ਨੇਕੀ ਦੇ ਮਾਰਗ ਤੇ ਤੋਰਦੇ ਹੈ, ਜਦ ਵੀ ਉਹਨਾਂ ਦੇ ਕੋਲ ਜਾਓ ਤਾਂ ਪੂਰਨ ਸ਼ਰਧਾ, ਪੂਰਨ ਵਿਸ਼ਵਾਸ ਨਾਲ ਜਾਓ। ਇਸ ਲਈ ਇਸ ਸ਼ਬਦ ਦੀਆਂ ਇਹ ਦੋ ਲਾਈਨਾਂ ਇਹੀ ਚੀਜ਼ ਦੱਸ ਰਹੀਆਂ ਹੈ ਕਿ ਜਿਨ ਗੁਰੂ ਜੈਸਾ ਜਾਣਿਆ ਤਿਨ ਕੋ ਤੈਸਾ ਲਾਭ, ਕਿ ਜਿਹਨਾਂ ਜਿੱਦਾਂ ਦਾ ਜਾਣਿਆ ਉਦਾਂ ਦਾ ਲਾਭ ਉਹ ਲੈ ਲੈਂਦਾ ਹੈ। ਜਿਨ ਗੁਰੂ ਜੈਸਾ ਸਮਝਿਆ ਤੈਸਾ ਹੀ ਫਲ ਪਾਵ। ਹੁਣ ਲਾਭ ਦੀ ਗੱਲ ਬਹਿਲੋਲ ਦਾਨਾ ਦੀ ਸਾਖੀ ਨਾਲ ਆ ਗਈ ਕਿ ਜਿਹਨਾਂ ਪਾਗਲ ਸਮਝਿਆ ਉਹਦਾ ਨੁਕਸਾਨ ਹੋ ਗਿਆ, ਜਿਹਨਾਂ ਰੱਬ ਦਾ ਰੂਪ ਸਮਝਿਆ ਉਹਦਾ ਫਾਇਦਾ ਹੋ ਗਿਆ। ਜਿਨ ਗੁਰੂ ਜੈਸਾ ਜਾਣਿਆ ਤਿਨ ਕੋ ਤੈਸਾ ਲਾਭ, ਇੱਕ ਨੇ ਲਾਭ ਲੈ ਲਿਆ, ਇੱਕ ਨੇ ਘਾਟਾ ਕਰ ਲਿਆ। ਔਰ ਦੂਜੀ ਲਾਈਨ, ਜਿਨ ਗੁਰੂ ਜੈਸਾ ਸਮਝਿਆ ਤੈਸਾ ਹੀ ਫਲ ਪਾਵ। ਇੱਥੇ ਦੂਜੀ ਸਾਖੀ ਭਾਈ ਵਾਲਾ ਜੀ ਔਰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆ ਗਈ ਕਿ ਜਿਨ ਗੁਰੂ ਜੈਸਾ ਸਮਝਿਆ। ਭਾਈ ਵਾਲਾ ਜੀ ਨੇ ਪੂਰਨ ਸੰਤ ਸਮਝਿਆ, ਉਹ ਉਦਾਂ ਦੇ ਹੋ ਗਏ, ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪਾਰ ਬ੍ਰਹਮ ਪਰਮੇਸ਼ਵਰ ਪਰਮਾਤਮਾ ਦਾ ਰੂਪ ਸਮਝਿਆ, ਤਾਂ ਉਹਨਾਂ ਨੂੰ ਉਦਾਂ ਦਾ ਲਾਭ ਫਲ ਮਿਲ ਗਿਆ। ਜਿਨ ਗੁਰੂ ਜੈਸਾ ਸਮਝਿਆ ਤੈਸਾ ਹੀ ਫਲ ਪਾਵ। ਇਸ ਲਈ ਅਸੀਂ ਕਿਹੜਾ ਫਲ ਪ੍ਰਾਪਤ ਕਰਨਾ ਹੈ, ਅਸੀਂ ਕੀ ਪ੍ਰਾਪਤ ਕਰਨਾ ਚਾਹੁੰਦੇ ਹਾਂ, ਬਸ ਜੋ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਵੈਸੀ ਭਾਵਨਾ ਸਾਨੂੰ ਆਪਣੇ ਅੰਦਰ ਰੱਖ ਲੈਣੀ ਚਾਹੀਦੀ ਹੈ।